साडे पिंड दा मूँह मंदरा सारा बदल गया है कि साडे पिंड नाल सानूं हुण वड्डे वडेरियां आपां नूं पता चलदा कि बड़ा इत्थे पुराना साडे पिंड नाल वड्डा इतिहास जुड़िया है जिहदी खोज नहीं हो सकी, अधूरी रह गई आ। क्योंकि लोकां सगों बाहरों सानूं पता लगदा कि साडे पिंड दा इतिहास सिकंदर जिहड़ा हैगा ही राजा उहदे नाल जुड़िया ही ते साडे इत्थे खोज होनी चाहिदी जिहड़ी सरकार ने करवाई नहीं आ ते इहदी खोज होए ते सगों बड़े वड्डे पद्धर ते इहदी जिहड़ी आ जानकारी मिल सकदी है ते आउण वाली जिहड़ी पीढ़ी ओह जाणू हो सकदी है कि इह पिंड दा इतिहास की आ। सत श्री अकाल जी, तुसीं देख रहे हो जीत वैब टीवी। मैं हाँ सुरिंदरपाल सिंह वरपाल। ਜਦੋਂ ਅਸੀਂ ਇਤਿਹਾਸ ਦੇ ਪੰਨੇ ਫਰੋਲਦੇ ਹਾਂ ਤਾਂ ਇੱਕ ਚੈਪਟਰ ਅਜਿਹਾ ਆਉਂਦਾ ਹੈ ਜਿਸ ਦੇ ਉੱਪਰ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਹੁੰਦਾ ਹੈ ਅਲੈਗਜ਼ੈਂਡਰ ਦੀ ਗ੍ਰੇਟ, ਜਿਸ ਨੂੰ ਸਿਕੰਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਹਿੰਦੇ ਨੇ ਕਿ ਜਦੋਂ ਉਹ ਘਰੋਂ ਨਿਕਲਿਆ ਸੀ ਤਾਂ ਉਹਨੇ ਇੱਕ ਅਹਿਦ ਕੀਤਾ ਸੀ ਕਿ ਉਹ ਪੂਰੀ ਦੁਨੀਆ ਜਿੱਤ ਕੇ ਫਤਿਹ ਕਰਕੇ ਤੇ ਉਸ ਤੋਂ ਬਾਅਦ ਹੀ ਰੁਖਸਤ ਹੋਵੇਗਾ। ਦੁਨੀਆ ਜਿੱਤੀ ਕਿ ਨਹੀਂ ਜਿੱਤੀ ਇਹ ਵੱਖ-ਵੱਖ ਵਿਚਾਰਾਂ ਨੇ, ਪਰ ਅੱਜ ਅਸੀਂ ਇੱਕ ਅਜਿਹੀ ਜਗ੍ਹਾ ਦੇ ਉੱਪਰ ਪਹੁੰਚੇ ਹਾਂ ਜਿੱਥੇ ਸਿਕੰਦਰ ਪਹੁੰਚਿਆ ਸੀ। ਤਾਂ ਦੱਸਿਆ ਜਾਂਦਾ ਹੈ ਕਿ 3 ਮਹੀਨੇ ਇੱਥੇ ਕਿਲ੍ਹਾਬੰਦੀ ਕਰਨ ਤੋਂ ਬਾਅਦ ਵੀ ਉਹ ਇਸ ਕਿਲ੍ਹੇ ਨੂੰ ਜਿੱਤ ਨਹੀਂ ਸੀ ਸਕਿਆ। ਮੇਰੀ ਮੁਰਾਦ ਹੈ ਉਸ ਪਿੰਡ ਦੀ ਜਿਸ ਦਾ ਨਾਮ ਹੈ ਬੰਡਾਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਉਹ ਸਥਿਤ ਹੈ। ਅਸੀਂ ਉਸ ਪਿੰਡ ਬਾਰੇ ਗੱਲਬਾਤ ਕਰਾਂਗੇ ਕਿ ਸਿਕੰਦਰ ਇੱਥੇ ਕਿਸ ਤਰੀਕੇ ਨਾਲ ਪਹੁੰਚਿਆ ਸੀ, ਕਿਉਂ ਇਸ ਕਿਲੇ ਨੂੰ ਫਤਿਹ ਨਹੀਂ ਕਰ ਸਕਿਆ ਤੇ ਹੋਰ ਕੀ ਕਾਰਨ ਸਨ। ਇਸ ਵੇਲੇ ਸਾਡੇ ਨਾਲ ਨੇ ਉੱਘੇ ਦਾਰਸ਼ਨਿਕ ਪੰਜਾਬੀ ਦੇ ਰਾਈਟਰ ਦੇਵਦਰਦ ਜੀ, ਜੋ ਕਿ ਇਤਿਹਾਸ ਬਾਰੇ ਵੀ ਕਾਫੀ ਜਾਣਕਾਰੀ ਰੱਖਦੇ ਨੇ। ਦੇਵਦਰ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ। ਸ਼ੁਕਰੀਆ ਵਰਪਾਲ ਸਾਹਿਬ। ਔਰ ਅਜੀਤ ਵੈਬ ਟੀਵੀ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਉਸ ਪਿੰਡ ਦੇ ਵਿੱਚ ਖੜੇ ਹਾਂ ਜਿਸ ਪਿੰਡ ਦਾ ਨਾਮ ਵਿਸ਼ਵ ਦੇ ਵਿੱਚ ਵਿਸ਼ੇਸ਼ ਤੌਰ 'ਤੇ ਲਿਆ ਜਾਂਦਾ ਹੈ, ਕਿਉਂਕਿ ਸਿਕੰਦਰ ਮਹਾਨ ਜਦੋਂ ਯੂਨਾਨ ਦੇ ਵਿੱਚੋਂ ਤੁਰਿਆ ਸੀ ਤੇ ਉਹਦਾ ਇੱਕ ਸੰਕਲਪ ਸੀ ਕਿ ਮੈਂ ਪੂਰੀ ਦੁਨੀਆ ਨੂੰ ਫਤਿਹ ਕਰਨਾ ਹੈ, ਲੇਕਿਨ ਬਿਆਸ ਦਰਿਆ ਉਹ ਕ੍ਰਾਸ ਨਹੀਂ ਸੀ ਕਰ ਸਕਿਆ। ਇਹ ਪਿੰਡ ਬਿਆਸ ਦਰਿਆ ਦੇ ਮੁਹਾਣੇ ਦੇ ਉੱਤੇ ਖੜਾ ਹੈ। ਇਹ ਉਹ ਪਿੰਡ ਹੈ ਕਿ ਜਿੱਥੇ ਸਿਕੰਦਰ ਨੇ ਕੱਠ ਜਨਪਦ ਦੇ ਕਿਲੇ ਨੂੰ ਫਤਿਹ ਕਰਨ ਵਾਸਤੇ 3 ਮਹੀਨੇ ਘੇਰਾ ਪਾ ਕੇ ਰੱਖਿਆ, ਲੇਕਿਨ ਇੱਥੋਂ ਦੇ ਜਿਹੜੇ ਬਹਾਦਰ ਲੋਕ ਸੀਗੇ ਇੱਥੋਂ ਉਹ ਸਾਰੇ ਇਕੱਠੇ ਹੋ ਗਏ। ਜਿਹੜੇ ਛੋਟੇ ਛੋਟੇ ਜਨਪਦ ਸੀਗੇ, ਉਸ ਵੇਲੇ ਕੁਨਿੰਦਾ ਸੀਗੀ, ਉਸ ਵੇਲੇ ਸਾਡੇ ਯੋਧਾਂ ਸੀਗੇ, ਉਸ ਵੇਲੇ ਕੱਠ ਜਨਪਦ ਸੀਗਾ, ਤੇ ਇਹ ਸਾਰੇ ਲੋਕ ਜਦੋਂ ਮੱਲ ਸੀ, ਕਸ਼ੂਦਰਕ ਸੀ, ਉਹ ਇਕੱਠੇ ਹੋ ਗਏ ਇਸ ਦੁਰਗ ਦੇ ਵਿੱਚ। ਇਹ ਸਾਰਾ ਪਿੰਡ ਇੱਕ ਬਹੁਤ ਵੱਡੇ ਕਿਲੇ ਦੇ ਉੱਤੇ ਤਾਮੀਰ ਹੈ, ਕਿਉਂਕਿ ਤੁਸੀਂ ਦੇਖੋਗੇ ਕਿ ਬੜੇ ਉੱਚੇ ਥੇਹ ਦੇ ਉੱਤੇ ਇਹ ਪਿੰਡ ਵਸਿਆ ਹੋਇਆ। ਇਹਦੇ ਨੀਚੇ ਇੱਕ ਸੱਭਿਅਤਾ ਵਸੀ ਹੋਈ ਹੈ ਜਿਹਨੂੰ ਸਾਡਾ ਆਰਕੀਓਲੋਜੀ ਵਿਭਾਗ ਜਦੋਂ ਚਾਹੇਗਾ ਇੱਕ ਕਿਲੇ ਦੇ ਰੂਪ ਵਿੱਚ ਜਦੋਂ ਮਰਜ਼ੀ ਇਹਦੇ ਨੀਚੇ ਤੋਂ ਕੱਢ ਸਕਦਾ। ਲੇਕਿਨ ਇਹਦੀ ਇੰਪੋਰਟੈਂਸ ਜਿਹੜੀ ਹੈ, ਤੁਸੀਂ ਕੁਝ ਕਹਿਣ ਲੱਗੇ ਸੀ ਪਹਿਲਾਂ, ਤੁਸੀਂ ਮੈਂ ਇਹ ਸਵਾਲ ਕਰਨ ਲੱਗਾ ਸੀ ਕਿ ਇਸ ਪਿੰਡ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ ਤਾਂ ਸਾਨੂੰ ਸ਼ਾਇਦ ਪੁਰਾਤਨ ਜਿਹੜੀਆਂ ਚੀਜ਼ਾਂ ਨੇ ਉਹ ਦਿਖਾਈ ਨਹੀਂ ਦਿੰਦੀਆਂ ਜੋ ਕਿਲੇ ਦੇ ਰੂਪ 'ਚ ਮੌਜੂਦ ਸੀ। ਜੇਕਰ ਇਸ ਨੂੰ ਦੇਖਣਾ ਹੋਵੇ ਜਾਂ ਜਿੰਨਾ ਤੱਕ ਤੁਹਾਡੀ ਹੁਣ ਤੱਕ ਦੀ ਖੋਜ ਹੈ, ਇਹ ਜਿਹੜਾ ਕਿਲਾ ਸੀ ਉਹ ਹੁਣ ਕਿੱਥੇ ਕਿਸ ਹਾਲਤ ਦੇ ਵਿੱਚ ਇੱਥੇ? ਮੈਂ ਉਹ ਦੱਸ ਰਿਹਾ ਕਿ ਜਦੋਂ ਜਿਹੜੀਆਂ ਚੀਜ਼ਾਂ ਜਦੋਂ ਅਸੀਂ ਖੁਦਾਈ ਕਰਦੇ ਹਾਂ ਤੇ ਇਹ ਜਿਹੜੀਆਂ ਬਿਲਡਿੰਗਸ ਤੁਹਾਨੂੰ ਦਿਖ ਰਹੀਆਂ ਹੈਗੀਆਂ, ਇਹ ਉਸ ਤੋਂ ਬਾਅਦ ਤਾਮੀਰ ਹੋਈਆਂ ਨੇ ਔਰ ਇਹ ਕਈ ਵਾਰ ਢੱਠੀਆਂ ਕਈ ਵਾਰ ਬਣੀਆਂ। ਇਸੇ ਕਰਕੇ ਇਹ ਪਿੰਡ ਜਿਹੜੇ ਆ ਉੱਚੇ ਪਿੰਡ ਹੋ ਜਾਂਦੇ ਆ। ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ 'ਚ ਜਿਹੜੇ ਵੀ ਉੱਚੇ ਪਿੰਡ ਨੇ ਉਹਨਾਂ ਦੇ ਥੱਲੇ ਸੱਭਿਅਤਾਵਾਂ ਜਿਹੜੀਆਂ ਪੁਰਾਣੀਆਂ ਸੱਭਿਅਤਾਵਾਂ ਦਫਨ ਨੇ। ਤੇ ਇਹ ਇੱਕ ਇਹੋ ਜਿਹਾ ਇਤਿਹਾਸਿਕ ਪਿੰਡ ਹੈ ਬੰਡਾਲਾ। ਇਹ ਜਿਹੜੇ ਇੱਥੋਂ ਦੇ ਨਿੱਕੇ ਨਿੱਕੇ ਰਾਜ ਸੀਗੇ, ਖਾਸ ਕਰਕੇ ਕੱਠ ਜਨਪਦ ਦਾ ਕੇਂਦਰ ਸੀਗਾ। ਤੇ ਕੱਠ ਲੋਕ ਜਾਂ ਇਹਦੇ ਆਲੇ ਦੁਆਲੇ ਜਿਹੜੇ ਨਿੱਕੇ ਨਿੱਕੇ ਰਾਜ ਸੀ, ਇਹ ਬਹੁਤ ਬਹਾਦਰ ਲੋਕ ਸੀਗੇ। ਤੇ ਸਿਕੰਦਰ ਤੇ ਜਦੋਂ ਜੁਲਾਈ ਦੇ ਪਹਿਲੇ ਹਫ਼ਤੇ 326 BC ਦੇ ਵਿੱਚ ਇੱਥੇ ਆਇਆ, ਉਹਨਾਂ ਦਿਨਾਂ 'ਚ ਇੱਥੇ ਬਰਸਾਤ ਸੀਗੀ। ਬਿਆਸ ਦਰਿਆ ਪੂਰਾ ਆਪਣੇ ਜਲਾਉ ਦੇ ਵਿੱਚ ਸੀਗਾ, ਬਿਆਸ ਦਰਿਆ ਚੜਿਆ ਹੋਇਆ ਸੀਗਾ ਤੇ ਉਹਦੀਆਂ ਆਫ ਸ਼ੂਟਸ ਜਿਹੜੀਆਂ ਇਸ ਪਿੰਡ ਦੇ ਨਾਲ ਖਹਿ ਕੇ ਲੰਘਦੀਆਂ ਸੀਗੀਆਂ ਤੇ ਇਹ ਸਾਰਾ ਇਲਾਕਾ ਦਲਦਲ ਬਣ ਜਾਂਦਾ ਸੀਗਾ। ਤੇ ਉਹਨੇ ਪਹਿਲਾ ਯੁੱਧ ਉਹਦਾ ਇੱਥੇ ਹੋਇਆ। ਲੇਕਿਨ ਇਤਿਹਾਸਕਾਰਾਂ ਦਾ 2-3 ਮੱਤ ਨੇ ਕਿ ਕੀ ਉਹਨੇ ਫਤਿਹ ਕੀਤਾ। ਇੱਕ ਮੱਤ ਇਹ ਹੈ ਕਿ ਸਿਕੰਦਰ ਜਦੋਂ ਵੀ ਕਿਤੇ ਹਮਲਾ ਕਰਦਾ ਸੀਗਾ ਉਹ ਆਪਣੀ ਟੀਮ ਦੀ ਅਗਵਾਈ ਕਰਦਾ ਸੀ। ਤੇ ਸਿਕੰਦਰ ਜਦੋਂ ਇਸ ਦੁਰਗ ਦੇ ਉੱਤੇ ਚੜ੍ਹਿਆ ਤੇ ਉਹਨੂੰ ਬਰਸ਼ੀ ਵੱਜ ਗਈ। ਇੱਕ ਮੱਤ ਇਹ ਹੈ, ਜਿਹੜਾ ਸਾਡੇ ਮਨਮੋਹਨ ਬਾਵਾ ਜਿਹੜੇ ਸਾਡੇ ਵੱਡੇ ਰਾਈਟਰ ਨੇ, ਉਹਨਾਂ ਦੇ ਨਾਵਲ ਯੁੱਧਨਾਦ ਦੇ ਵਿੱਚ ਵੀ ਇਹਦਾ ਜ਼ਿਕਰ ਆਉਂਦਾ। ਕੁਝ ਇਤਿਹਾਸਕਾਰ ਇਹ ਕਹਿੰਦੇ ਨੇ ਕਿ ਇਹ ਲੋਕ ਬੜੇ ਬਹਾਦਰ ਸੀਗੇ, ਇਹਨਾਂ ਨਾਲ ਗਹਿ ਗੱਚ ਲੜਾਈ ਹੋਈ, ਲੇਕਿਨ ਸਿਕੰਦਰ ਜਿਹੜਾ ਇਹਨੂੰ ਫਤਿਹ ਨਹੀਂ ਕਰ ਸਕਿਆ ਤੇ ਸਿਕੰਦਰ ਨੇ ਪਿੱਛੇ ਪੜਾਅ ਪਾ ਲਿਆ ਕਿ ਇਹਨੂੰ ਬਾਅਦ ਵਿੱਚ ਫਤਿਹ ਕਰਦੇ ਹਾਂ। ਇੱਕ ਮੱਤ ਇਤਿਹਾਸਕਾਰਾਂ ਦਾ ਇਹ ਹੈ ਕਿ ਸਿਕੰਦਰ ਦੇ ਸੈਨਾਪਤੀ ਨਿਰੰਤਰ ਲੜਾਈਆਂ ਕਰ ਕਰਕੇ ਥੱਕ ਚੁੱਕੇ ਸੀਗੇ ਤੇ ਉਹ
ਉਹਨਾਂ 'ਚ ਇੰਨੀ ਹਿੰਮਤ ਨਹੀਂ ਸੀ ਰਹਿ ਗਈ ਕਿ ਉਹ ਇਹਨਾਂ ਬਹਾਦਰ ਲੋਕਾਂ ਦੇ ਨਾਲ ਲੜ ਲੈਂਦੇ। ਤੀਸਰਾ ਇਹ ਮੱਤ ਸੀਗਾ ਕਿ ਉਹਨੂੰ ਮਲੇਰੀਆ ਹੋ ਗਿਆ ਸੀਗਾ ਸਿਕੰਦਰ ਨੂੰ, ਕਿਉਂਕਿ ਜੁਲਾਈ ਦਾ ਪਹਿਲਾ ਮਹੀਨਾ ਸੀਗਾ ਔਰ ਮੱਛਰ ਬਹੁਤ ਜ਼ਿਆਦਾ ਸੀ ਅਤੇ ਉਹ ਮਲੇਰੀਆ ਤੋਂ ਪੀੜਤ ਸੀਗਾ। ਮੁੱਖ ਦੀ ਗੱਲ ਇਹ ਹੈ ਕਿ ਇੱਥੋਂ ਦੇ ਲੋਕਾਂ ਦੀ ਬਹਾਦਰੀ ਪਹਿਲੋਂ ਵੀ ਉਹਨਾਂ ਦੀ ਬਹਾਦਰੀ ਦਾ ਸਿੱਕਾ ਲੋਕਾਂ ਨੇ ਮਨਵਾਇਆ ਅਤੇ ਅੱਜ ਵੀ ਇੱਥੋਂ ਦੇ ਲੋਕ ਬਹੁਤ ਬਹਾਦਰ ਨੇ, ਕਿਉਂਕਿ ਮਾਝਾ ਸਾਡਾ ਏਰੀਆ ਹੈਗਾ। ਮਾਝਾ ਜਿਹੜਾ ਪੰਜਾਬ ਦੇ ਵਿੱਚ ਵਿਲੱਖਣ ਤੌਰ 'ਤੇ ਗਿਣਿਆ ਜਾਂਦਾ। ਲੇਕਿਨ ਜਦੋਂ ਸਿਕੰਦਰ ਨੇ 3 ਮਹੀਨੇ ਆਲੇ ਦੁਆਲੇ ਆਪਣੇ ਘੇਰਾ ਪਾ ਕੇ ਇਸ ਕਿਲੇ ਨੂੰ ਰੱਖਿਆ ਅਤੇ ਫਿਰ 3 ਮਹੀਨੇ ਬਾਅਦ ਜਦੋਂ ਹਮਲਾ ਕੀਤਾ ਅਤੇ ਇਸ ਪੂਰੇ ਦੁਰਗ ਦੇ ਵਿੱਚ ਕੋਈ ਬੰਦਾ ਨਹੀਂ ਸੀ ਹੈਗਾ। ਉਹ ਬੰਦੇ ਸਾਰੇ ਇੱਥੋਂ ਨਿਕਲ ਗਏ ਅਤੇ ਫਿਰ ਇਹ ਆਖਿਆ ਜਾਂਦਾ ਕਿ ਉਹ ਇੱਥੋਂ ਮਾਈਗ੍ਰੇਟ ਕਰਕੇ ਗੁਰਾਇਆਂ ਦੇ ਲਾਗੇ ਉਹਨਾਂ ਨੇ ਜਾ ਕੇ 2 ਪਿੰਡ ਤਾਮੀਰ ਕੀਤੇ। ਉਹਨਾਂ ਦਾ ਨਾਮ ਵੀ ਜੰਡਿਆਲਾ ਅਤੇ ਬੰਡਾਲਾ ਹੈ। ਜਿੰਨਾ ਜੰਡਿਆਲਾ ਅਤੇ ਬੰਡਾਲਾ ਵਿੱਥ 'ਤੇ ਆ, ਉਹਨਾਂ ਹੀ ਜੰਡਿਆਲਾ ਬੰਡਾਲਾ ਉੱਥੇ ਵਿੱਥ 'ਤੇ ਆ। ਅਤੇ ਫਿਰ 1 ਸਦੀ ਦੇ ਕਰੀਬ ਉਹ ਜੰਡਿਆਲਾ ਅਤੇ ਬੰਡਾਲਾ ਉੱਥੇ ਰਹੇ। ਫਿਰ ਕੋਈ ਇਸ ਤਰ੍ਹਾਂ ਦੇ ਹਾਲਾਤ ਬਣੇ ਕਿ ਉੱਥੋਂ ਮਾਈਗ੍ਰੇਟ ਕਰਕੇ ਉਹ ਗੁਜਰਾਤ ਚਲੇ ਗਏ ਅਤੇ ਗੁਜਰਾਤ ਜਾ ਕੇ ਜਿਹੜਾ, ਕਿਉਂਕਿ ਇਹ ਕੱਠ ਲੋਕ ਸੀਗੇ ਅਤੇ ਉਹਨਾਂ ਨੇ ਕਾਠੀਆਵਾੜ ਸ਼ਹਿਰ ਵਸਾਇਆ। ਅੱਜ ਵੀ ਜਿਹੜਾ ਕਾਠੀਆਵਾੜ ਦਾ ਰਾਜਾ ਹੈ ਉਹਦੀ ਬੰਸਾਵਲੀ ਦੇ ਵਿੱਚ ਉਹਦਾ ਪਿਛੋਕੜ ਇਸ ਪਿੰਡ ਦੇ ਨਾਲ ਜੁੜਦਾ ਹੈ। ਇਹ ਪਿੰਡ ਸੱਚਮੁੱਚ ਇਤਿਹਾਸਕ ਹੈ, ਲੇਕਿਨ ਕਿਉਂਕਿ ਸਾਡਾ ਵਿਭਾਗ ਜਿਹੜੇ ਨੇ ਉਹ ਇੰਨਾ ਕੰਮ ਨਹੀਂ ਕਰ ਰਹੇ, ਸਾਡੀ ਗੌਰਮੈਂਟ ਜਿਹੜੀ ਉਹ ਸੁਹਿਰਦ ਨਹੀਂ ਹੈਗੀ। ਚਾਹੀਦਾ ਤਾਂ ਇਹ ਸੀਗਾ ਕਿ ਇਹ ਗੱਲ ਬਹੁਤ ਦੇਰ ਦੀ ਚੱਲ ਰਹੀ ਹੈ। ਜਦੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ DC ਸਰਦਾਰ ਕਾਹਨ ਸਿੰਘ ਪੰਨੂ ਹੁੰਦੇ ਸੀਗੇ, ਉਹ ਮੇਰੇ ਨਾਲ ਘੱਟੋ ਘੱਟ 3 ਵਾਰੀ ਇਸ ਪਿੰਡ ਦੇ ਵਿੱਚ ਆਏ। ਅਸੀਂ ਸਰਵੇਖਣ ਕੀਤਾ, ਵਿਭਾਗ ਦੇ ਮੈਂਬਰ ਬੁਲਾਏ, ਟੀਮ ਬੁਲਾਈ ਪੂਰੀ, ਉਹਨਾਂ ਨੇ ਸਰਵੇ ਕੀਤਾ ਔਰ ਕੰਵਰ ਵਿਜੇ ਪ੍ਰਤਾਪ ਹੋਣੀ, ਕਿਉਂਕਿ ਉਹ ਖੁਦ MA in ਆਰਕੀਓਲੋਜੀ ਨੇ, ਉਹ 2 ਵਾਰ ਮੇਰੇ ਨਾਲ ਇਸ ਪਿੰਡ ਦੇ ਵਿੱਚ ਆਏ, ਸਾਰਾ ਸਰਵੇਖਣ ਕੀਤਾ। ਲੇਕਿਨ ਜਦੋਂ ਵੀ ਅਸੀਂ ਇਸ ਪਿੰਡ ਦੇ ਵਿੱਚ ਆਉਂਦੇ ਹਾਂ, ਪੁਰਾਣੀਆਂ ਬਿਲਡਿੰਗਾਂ ਢੱਠ ਚੁੱਕੀਆਂ ਹੁੰਦੀਆਂ, ਨਵੀਆਂ ਹੋਰ ਤਾਮੀਰ ਹੋ ਰਹੀਆਂ ਹੁੰਦੀਆਂ ਨੇ, ਅਤੇ ਇਸ ਸਾਰੇ ਕੁਛ ਦੇ ਵਿੱਚ ਜੋ ਸਾਨੂੰ ਇੱਥੋਂ ਮਿਲਣਾ ਚਾਹੀਦਾ ਸੀਗਾ ਉਹ ਥੱਲੇ ਦੱਬ ਜਾਂਦਾ ਹੈ। ਹੁਣ ਵਿਭਾਗ ਨੂੰ ਚਾਹੀਦਾ, ਪਿੱਛੇ ਜਿਉਂ ਕਾਹਨ ਸਿੰਘ ਪੰਨੂ ਇੱਥੇ ਸਨ, ਉਹਨਾਂ ਨੇ ਆਪਣੇ ਯਤਨਾਂ ਦੇ ਨਾਲ ਗੌਰਮੈਂਟ ਕੋਲੋਂ 25 ਲੱਖ ਰੁਪਈਆ ਮਨਜ਼ੂਰ ਕਰਵਾਇਆ ਸੀ ਕਿ ਜਿਹੜਾ ਸਰਦਾਰ ਕਰਮ ਸਿੰਘ ਹੋਣਾ ਦਾ ਘਰ ਹੈ, ਜਿੱਥੋਂ ਉਸ ਕਿਲੇ ਦੀ ਦੀਵਾਰ ਦੇ ਅਵਸ਼ੇਸ਼ ਮਿਲੇ, ਤੁਸੀਂ ਹੈਰਾਨ ਹੋਵੋਗੇ ਕਿ ਉਹ ਦੀਵਾਰ ਜਿਹੜੀ ਹੈ ਉਹ 14 ਫੁੱਟ ਚੌੜੀ ਸੀ। 14 ਫੁੱਟ ਚੌੜੀ ਔਰ 200 ਮੀਟਰ ਲੰਬੀ ਅਸੀਂ ਦੀਵਾਰ ਉਦੋਂ ਇੱਥੋਂ ਪੁੱਟੀ ਸੀਗੀ। ਅਤੇ ਜਦੋਂ ਉਹ ਇੱਟਾਂ, ਕਿਉਂਕਿ ਕੁਸ਼ਾਣ ਪੀਰੀਅਡ ਦੀਆਂ ਇੱਟਾਂ ਉਹਨੂੰ ਲੱਗੀਆਂ ਹੋਈਆਂ ਸੀ, ਉਹ ਇੱਟ ਦਾ ਸਾਈਜ਼ ਜਿਹੜਾ 14 ਇੰਚ ਬਾਈ 10 ਇੰਚ ਬਾਈ 3 ਇੰਚ ਹੈ ਔਰ ਅਸੀਂ 80 ਇੱਟਾਂ ਥੱਲੇ ਗਏ ਸੀ। ਫਿਰ ਅਸੀਂ ਉਹਨੂੰ ਬੰਦ ਕਰ ਦਿੱਤਾ ਕਿਉਂਕਿ ਬਹੁਤ ਥੱਲੇ ਚਲੇ ਗਏ, ਲਗਭਗ 20-22 ਫੁੱਟ ਥੱਲੇ ਚਲੇ ਗਏ ਸੀਗੇ। ਅਤੇ ਅਸੀਂ ਕਿਹਾ ਕਿ ਵਿਭਾਗ ਕੋਲੋਂ ਪਰਮਿਸ਼ਨ ਲੈ ਕੇ ਪ੍ਰੋਪਰ ਇਹਦੀ ਖੁਦਾਈ ਕਰਾਂਗੇ। ਅਤੇ ਫਿਰ ਕਾਹਨ ਸਿੰਘ ਪੰਨੂ ਹੋਣਾ ਨੇ ਜਦੋਂ ਗੌਰਮੈਂਟ ਕੋਲੋਂ ਉਹ ਗ੍ਰਾਂਟ ਮਨਜ਼ੂਰ ਕਰਵਾਈ, ਇਨ ਬਿਟਵੀਨ ਹੀ ਉਹਨਾਂ ਦੀ ਬਦਲੀ ਹੋ ਗਈ। ਔਰ ਜਦੋਂ ਉਹ ਅਫਸਰ ਜਿਹੜਾ ਇੰਟਰਸਟ ਲੈਂਦਾ ਹੋਵੇ ਕਿਸੇ ਖਾਸ ਕੰਮ ਦੇ ਵਿੱਚ, ਉਹ ਬਦਲ ਜਾਵੇ ਅਤੇ ਉਸ ਤੋਂ ਬਾਅਦ ਗੱਲ ਜਿਹੜੀ ਉਹ ਠੰਡੇ ਬਸਤੇ ਦੇ ਵਿੱਚ ਪੈ ਜਾਂਦੀ ਹੈ। ਚਾਹੀਦਾ ਤਾਂ ਇਹ ਸੀਗਾ ਕਿ ਉਦੋਂ ਭਾਜੀ ਕਰਮ ਸਿੰਘ, ਜਿਨ੍ਹਾਂ ਦੇ ਘਰੋਂ, ਜਿਨ੍ਹਾਂ ਦੀ ਹਵੇਲੀ ਦੇ ਵਿੱਚੋਂ ਇਹ ਦੀਵਾਰ ਮਿਲੀ ਸੀ, ਉਹ ਵੀ ਸਹਿਮਤ ਸਨ। ਉਹ ਅੱਜ ਵੀ ਸਹਿਮਤ ਨੇ ਕਿ ਇੱਥੋਂ ਤੁਸੀਂ ਖੁਦਾਈ ਕਰ ਸਕਦੇ ਹੋ। ਪਰ ਇਹ ਗੱਲ ਤਾਂ ਫਿਰ ਵੀ ਵਿਭਾਗ 'ਤੇ ਆ ਕੇ ਮੁੱਕਣੀ ਹੈ, ਪੈਸੇ 'ਤੇ ਆ ਕੇ ਮੁੱਕਣੀ ਹੈ, ਗ੍ਰਾਂਟਾਂ 'ਤੇ ਆ ਕੇ ਮੁੱਕਣੀ ਹੈ ਕਿ ਇਸ ਪਿੰਡ ਵਾਸਤੇ ਕੀ ਸਾਡਾ ਕੋਈ ਚੀਫ ਮਿਨਿਸਟਰ, ਸਾਡਾ ਕੋਈ ਮੰਤਰੀ ਸੁਹਿਰਦ ਹੈ ਜਿਹੜਾ ਇਸ ਪਿੰਡ ਨੂੰ ਦੁਨੀਆ ਦੇ ਨਕਸ਼ੇ 'ਤੇ ਲੈ ਕੇ ਆਵੇ। ਕਿਉਂਕਿ ਸਾਡੇ ਪੰਜਾਬ ਵਾਸਤੇ ਔਰ ਖਾਸ ਕਰਕੇ ਅੰਮ੍ਰਿਤਸਰ ਵਾਸਤੇ ਬੜੀ ਫਖਰ ਦੀ ਗੱਲ ਹੈ ਕਿ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦਾ, ਮਾਝੇ ਦਾ ਉਹ ਪਿੰਡ ਜਿੱਥੋਂ ਸਿਕੰਦਰ ਅੱਗੇ ਨਹੀਂ ਜਾ ਸਕਿਆ, ਵਾਪਸ ਚਲਾ ਗਿਆ। ਕੁਝ ਨਾ ਕੁਝ ਤੇ ਕਾਰਨ ਹੋਣਗੇ ਸਿਕੰਦਰ ਦੇ ਵਾਪਸ ਜਾਣ 'ਤੇ। ਨਹੀਂ ਤੇ ਜਿਹੜਾ ਇੱਕ ਮਹਾਨ ਵਿਅਕਤੀ ਜਿਹਦੇ ਨਾਂ ਦੇ ਨਾਲ ਦੀ ਗ੍ਰੇਟ ਲੱਗਿਆ ਹੋਇਆ, ਅਕਬਰ ਦੀ ਗ੍ਰੇਟ, ਅਸ਼ੋਕਾ ਦੀ ਗ੍ਰੇਟ, ਅਤੇ ਉਹ ਲੋਕ ਦਾ ਅਲੈਗਜ਼ੈਂਡਰ ਦੀ ਗ੍ਰੇਟ ਕਹਿੰਦੇ ਸੀਗੇ। ਉਹ ਗ੍ਰੇਟ ਜਿਹਨੇ ਇੱਕ ਅਹਿਦ ਕੀਤਾ ਕਿ ਮੈਂ ਦੁਨੀਆ ਫਤਿਹ ਕਰਨੀ ਹੈ, ਕੀ ਕਾਰਨ ਹੋ ਗਏ ਕਿ ਉਹ ਇਸ ਪਿੰਡ ਤੋਂ ਵਾਪਸ ਚਲਾ ਗਿਆ। ਇਸ ਪਿੰਡ ਦੇ ਇਹ ਵਸਨੀਕਾਂ ਨੂੰ, ਲੋਕਾਂ ਦੀ ਬਹਾਦਰੀ ਨੂੰ ਵਿਸ਼ਵ ਦੇ ਉੱਤੇ ਮੂਰਤੀਮਾਨ ਕਰਨ ਦੀ ਜ਼ਰੂਰਤ ਹੈ ਕਿ ਇਹ ਲੋਕ ਕਿੰਨੇ ਬਹਾਦਰ ਸੀਗੇ, ਜਿੱਥੋਂ ਸਿਕੰਦਰ ਜਿਹੜਾ ਸੀਗਾ ਪੁੱਠੇ ਪੈਰੀਂ ਵਾਪਸ ਚਲਾ ਗਿਆ। ਅਸੀਂ ਪੰਜਾਬੀ 'ਚ ਕਹਿੰਦੇ ਪੁੱਠੇ ਪੈਰੀਂ ਵਾਪਸ ਜਾਣਾ ਹੈ। ਉਹਨਾਂ ਸਾਰੀਆਂ ਚੀਜ਼ਾਂ ਨੂੰ ਤਲਾਸ਼ਣ ਦੀ ਲੋੜ ਹੈ ਔਰ ਇਸ ਪਿੰਡ ਦੇ ਵਿੱਚ ਜਿੰਨੇ ਵੀ ਹਿਸਟਰੀ ਨਾਲ ਜੁੜੇ, ਅਵਸ਼ੇਸ਼ ਜੁੜੇ ਹੋਏ ਆ, ਉਹਨਾਂ ਨੂੰ ਤਲਾਸ਼ਣ ਦੀ, ਸੰਭਾਲਣ ਦੀ ਔਰ ਇਸ ਪਿੰਡ ਨੂੰ ਟੂਰਿਜ਼ਮ ਵਾਸਤੇ ਡਿਵੈਲਪ ਕਰਨ ਦੀ ਜ਼ਰੂਰਤ ਹੈ ਸਾਡੇ। ਕਿਉਂਕਿ ਹਰਿਮੰਦਰ ਸਾਹਿਬ ਪੂਰੀ ਦੁਨੀਆ ਉੱਥੇ ਆਉਂਦੀ ਹੈ, ਕੇਂਦਰ ਹੈ ਸਾਰੇ ਵਿਸ਼ਵ ਦਾ, ਸਾਡੀ ਆਸਥਾ ਦਾ ਕੇਂਦਰ ਹੈ। ਅਤੇ ਕਿੰਨਾ ਵਧੀਆ ਹੋਵੇ ਜਿਸ ਤਰ੍ਹਾਂ ਇਹ ਪਿੰਡ ਨੂੰ ਅਸੀਂ ਟੂਰਿਜ਼ਮ ਵਾਸਤੇ ਡਿਵੈਲਪ ਕਰਕੇ ਅਤੇ ਇਸ ਪਿੰਡ ਨੂੰ ਦੁਨੀਆ ਦੇ ਨਕਸ਼ੇ ਉੱਤੇ ਲਿਆ ਸਕੀਏ ਔਰ ਦੁਨੀਆ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾ ਸਕੀਏ ਕਿ ਸਾਡਾ ਇਤਿਹਾਸ ਇੰਨਾ ਗੌਰਵਮਈ ਹੈ
ਕਿ ਜਿੱਥੋਂ ਸਿਕੰਦਰ ਮਹਾਨ ਵੀ ਵਾਪਸ ਚਲਾ ਗਿਆ। ਇਹ ਜਦੋਂ ਸਿਕੰਦਰ ਇੱਥੋਂ ਵਾਪਸ ਜਾਂਦਾ, ਜਿਹੜੇ ਇੱਥੇ ਲੋਕ ਸੀ ਇਕੱਠੇ ਹੋਏ ਸੀ ਉਹਦਾ ਮੁਕਾਬਲਾ ਕਰਨ ਦੇ ਲਈ, ਉਹ ਲੋਕ ਫਿਰ ਇੱਥੋਂ ਕਿਸ ਤਰੀਕੇ ਨਾਲ ਨਿਕਲੇ ਸੀ? ਇਹ ਸਾਨੂੰ ਇਹ ਸਮਝਣਾ ਪਏਗਾ ਕਿ ਇਹ ਸਾਰਾ ਇਲਾਕਾ ਜਿਹੜਾ ਪੂਰਾ ਨਿੱਕੇ ਨਿੱਕੇ ਰਾਜ ਹੁੰਦੇ ਸੀ, ਜਿਨ੍ਹਾਂ ਨੂੰ ਅਸੀਂ ਜਨਪਦ ਕਹਿੰਦੇ ਆ ਜਾਂ ਰਿਪਬਲਿਕਸ ਕਹਿੰਦੇ ਆ। ਉਹ ਜਨਪਦ ਜਿਹੜੇ ਸੀਗੇ ਜਦੋਂ ਵੱਡਾ ਹਮਲਾਵਰ ਆਉਂਦਾ ਸੀਗਾ ਤੇ ਉਦੋਂ ਇਕੱਠੇ ਹੋ ਜਾਂਦੇ ਸੀਗੇ। ਇਸ ਦੁਰਗ ਦੀ ਇਹੋ ਹੀ ਇੱਕ ਖੂਬਸੂਰਤ ਗੱਲ ਹੈ ਕਿ ਇਹ ਸਾਰੇ ਇਕੱਠੇ ਹੋਏ, ਇਹਨਾਂ ਨੇ ਸਿਕੰਦਰ ਦੇ ਖਿਲਾਫ ਲੜਾਈ ਲੜੀ, ਲੇਕਿਨ ਸਿਕੰਦਰ ਇਸ ਕਿਲੇ ਨੂੰ ਫਤਿਹ ਨਹੀਂ ਕਰ ਸਕਿਆ। ਹਾਂ, ਜਦੋਂ ਇਤਿਹਾਸ ਫਰੋਲਦੇ ਆ ਤਾਂ ਉਹਦੇ ਵਿੱਚ ਮੈਂ ਜਾਣਨਾ ਚਾਹਾਂਗਾ, ਸਾਡੇ ਦਰਸ਼ਕ ਜਾਣਨਾ ਚਾਹਣਗੇ ਕਿ ਜਦੋਂ ਸਿਕੰਦਰ ਇੱਥੋਂ ਵਾਪਸ ਜਾਂਦਾ ਹੈ ਉਸ ਤੋਂ ਬਾਅਦ ਉਹਦਾ ਕੋਈ ਇੱਥੇ ਜਿਹੜਾ ਸੀ ਉਹ ਰਹਿ ਗਿਆ ਸੀ ਕੋਈ ਬੰਦਾ, ਜਾਂ ਕਦੋਂ ਤੱਕ ਰਿਹਾ ਜੀ ਜੇਕਰ ਰਿਹਾ ਸੀ ਤਾਂ? ਮੈਂ ਆਪਣੇ ਬੇਟੇ ਨੂੰ ਕਹਾਂਗਾ ਕਿ ਇਸ ਗੱਲ ਨੂੰ ਜ਼ਰੂਰ ਅੱਗੇ ਤੋੜੇ। ਪ੍ਰਤੀਕ ਜਿਹਦਾ ਸਬਜੈਕਟ ਹੀ ਆਰਕੀਓਲੋਜੀ ਹੈ, ਨਿਊਮਿਸਮੈਟਿਕ ਹੈ, ਮੈਂ ਉਹਨੂੰ ਜ਼ਰੂਰ ਕਹਾਂਗਾ ਕਿ ਉਹ ਵੀ ਪ੍ਰਤੀਕ ਇਸ ਗੱਲ 'ਤੇ ਚਾਨਣਾ ਜ਼ਰੂਰ ਪਵੇ ਕਿ ਉਹਦੇ ਕਿਹੜੇ ਕਿਹੜੇ ਸੈਨਾਪਤੀ ਇੱਥੇ ਰਹੇ, ਉਹਨਾਂ ਨੇ ਕਿਹੜੇ ਕਿਹੜੇ ਏਰੀਏ ਦੇ ਵਿੱਚ ਆਪਣਾ ਰਾਜ ਸਥਾਪਿਤ ਕੀਤਾ, ਤੇ ਕਿੰਨੀ ਦੇਰ ਸਿਕੰਦਰ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਸੈਨਾਪਤੀ ਇੱਥੇ ਰਾਜ ਕਰਦੇ ਰਹੇ। ਪ੍ਰਤੀਕ ਜੀ, ਜਿਹੜਾ ਸਰ ਨੇ ਦੱਸਿਆ ਹੈ ਕਿਹੜੇ ਕਿਹੜੇ ਸੈਨਾਪਤੀ ਸੀ, ਕਦੋਂ ਤੱਕ ਰਾਜ ਕੀਤਾ ਉਹਨਾਂ ਨੇ? ਸਿਕੰਦਰ ਦੇ ਜਾਣ ਤੋਂ ਬਾਅਦ ਜਿਹੜਾ ਉਹਦਾ ਸੈਨਾਪਤੀ ਸੈਲਿਊਕਸ ਨਿਕੇਟਰ ਸੀਗਾ, ਸੈਲਿਊਕਸ ਨਿਕੇਟਸ ਨੇ ਇੱਥੇ ਰਾਜ ਕੀਤਾ। ਉਸ ਤੋਂ ਬਾਅਦ ਉਹਦੇ ਬਹੁਤ ਸਾਰੇ ਸੈਨਾਪਤੀ ਆਏ, ਅਪੋਲੋਡੋਟਸ ਆਇਆ, ਐਂਟੀਮੈਕਸ ਆਇਆ, ਫਿਰ ਮਨੈਂਡਰ ਆਇਆ, ਮਨੈਂਡਰ 2 ਆਏ, ਫਿਰ ਅਪੋਲੋਡੋਟਸ 2 ਆਏ। ਇਸ ਤਰ੍ਹਾਂ ਦੇ ਬਹੁਤ ਸਾਰੇ ਰਾਜੇ ਆਏ ਜਿਨ੍ਹਾਂ ਨੇ ਲਗਭਗ 300 ਸਾਲ ਰਾਜ ਕੀਤਾ, ਤੇ ਬਾਅਦ 'ਚ ਫਿਰ ਕੁਸ਼ਾਨਜ਼ ਨੇ ਆ ਕੇ ਉਹਨਾਂ ਨੂੰ ਡਿਮੋਲਿਸ਼ ਕਰ ਲਿਆ। ਇਹ ਕਦੋਂ ਤੱਕ ਰਹਿੰਦੇ ਨੇ ਤੇ ਕਿਸ ਤਰੀਕੇ ਦਾ ਰਾਜ ਸੀ ਉਸ ਵੇਲੇ ਦਾ ਜਿਹੜਾ ਤੁਸੀਂ ਪੜ੍ਹਿਆ ਹੋਵੇ? 323 ਦੇ ਵਿੱਚ ਤੇ ਸਿਕੰਦਰ ਹੁਣੀ ਵਾਪਸੀ ਜਾਂਦੇ ਸੀਗੇ, ਤੇ 10 AD ਤੱਕ ਸਿਕੰਦਰ ਦੇ ਜਿਹੜੇ ਸੈਨਾਪਤੀ ਸੀਗੇ ਇੱਥੇ ਰਾਜ ਕਰਦੇ ਰਹੇ। ਹਿੰਦੂ ਕੁਸ਼ ਵਾਲਾ ਏਰੀਆ ਜਿਹੜਾ ਸੀਗਾ, ਕਾਬੁਲ ਤੋਂ ਲੈ ਕੇ ਪੰਜਾਬ ਸਾਰਾ, ਇੱਥੋਂ ਤੱਕ ਇਹਨਾਂ ਨੇ ਰਾਜ ਕੀਤਾ। ਉੱਪਰ ਕਸ਼ਮੀਰ ਫਿਰ ਚਲੇ ਗਏ ਦੁਬਾਰਾ ਫਿਰ ਉੱਥੇ ਰਾਜ ਕਰਨ ਵਾਸਤੇ। ਸਰ, ਜਦੋਂ ਇੱਥੋਂ ਵਾਪਸ ਜਾਂਦਾ ਹੈ ਸਿਕੰਦਰ, ਹੋਰ ਵੀ ਇਤਿਹਾਸ ਚਾਹੁੰਦਾ ਕਿ ਇਸ ਤੋਂ ਅੱਗੇ ਵੀ ਕਦੀ ਗਿਆ ਹੈ ਕਿ ਜਾਂ ਇੱਥੋਂ ਵਾਪਸ ਚਲਾ ਜਾਂਦਾ? ਉਹਨੇ ਬਿਆਸ ਦਰਿਆ ਨਹੀਂ ਪਾਰ ਕੀਤਾ। ਮੈਂ ਫਿਰ ਇੱਕ ਵਾਰੀ ਦੁਹਰਾਉਣਾ ਇਸ ਗੱਲ ਨੂੰ ਕਿ ਬਿਆਸ ਬਹੁਤ ਵੱਡਾ ਦਰਿਆ ਸੀ। ਅੱਜ ਤੇ ਪਿੱਛੇ ਡੈਮ ਬਣ ਗਏ, ਪਾਣੀ ਨੂੰ ਅਸੀਂ ਕੰਟਰੋਲ ਕਰ ਲਿਆ। ਪਹਿਲਾਂ ਕੰਟਰੋਲ ਵਾਲਾ ਕੋਈ ਕੰਮ ਨਹੀਂ ਸੀ, ਔਰ ਜਦੋਂ ਹੜ੍ਹ ਆਉਂਦੇ ਸੀ ਤੇ ਦਰਿਆ ਜਿਹੜਾ ਆਪਣੇ ਹੱਥ ਬੰਨੇ ਟੱਪ ਕੇ ਉਹਦੀਆਂ ਆਫਸ਼ੂਟਸ ਬਣ ਜਾਂਦੀਆਂ ਸੀ, ਫੈਲ ਜਾਂਦਾ ਸੀ 10-10, 20-20 ਕਿਲੋਮੀਟਰ। ਤੁਸੀਂ ਜਾਣਦੇ ਹੋਵੋਗੇ ਕਪੂਰਥਲਾ ਹੁਣ ਵਸਿਆ, ਉਹ ਸਾਰਾ ਸੇਮ ਦਾ ਕੇਂਦਰ ਹੈ, ਉੱਥੇ ਸੇਮ ਹੀ ਰਹੀ, ਕਪੂਰਥਲਾ ਵਸਿਆ ਹੀ ਨਹੀਂ। ਔਰ ਉਸੇ ਤਰ੍ਹਾਂ ਹੀ ਬਿਆਸ ਦਰਿਆ ਦਾ ਇੱਧਰਲਾ ਹਿੱਸਾ ਜਿਹੜਾ ਸੀਗਾ ਉੱਥੇ ਪਾਣੀ ਚੜ੍ਹ ਜਾਂਦਾ ਸੀ। ਤੁਸੀਂ ਇਸ ਪਿੰਡ ਦੀ ਵੀ ਹੈ ਉੱਪਰਲੀ ਸਾਈਡ ਤੋਂ ਤੁਸੀਂ ਦੇਖੋਗੇ ਸਾਰਾ ਕਿ ਇਹ ਸਾਰਾ ਦਰਿਆ ਦਾ ਵਹਿਣ ਸੀਗਾ, ਜਿੱਥੋਂ ਦਰਿਆ ਵਗਦਾ ਰਿਹਾ। ਔਰ ਸਾਨੂੰ ਤਾਂ ਇਹ ਸੀਗਾ ਕਿ ਜਿਹੜੇ ਦਰਿਆ ਤੋਂ ਇੱਧਰਲੇ ਲੋਕ ਸੀਗੇ ਉਹ ਦਰਿਆ ਤੋਂ ਪਰਲੇ ਪਾਸੇ ਰਿਸ਼ਤੇ ਨਹੀਂ ਸੀ ਕਰਦੇ। ਇਹ ਤਾਂ ਹੁਣ ਹੀ ਪਿਛਲੇ 25, 30, 50 ਸਾਲ ਤੋਂ ਰਿਸ਼ਤੇ ਹੋਣ ਲੱਗੇ ਆ। 50 ਸਾਲ ਪਹਿਲਾਂ ਤੱਕ ਸਾਡੇ ਇੱਧਰਲੇ ਲੋਕ ਉੱਧਰ ਰਿਸ਼ਤੇ ਨਹੀਂ ਸੀ ਕਰਦੇ, ਕਪੂਰਥਲੇ ਵਾਲੇ ਸਾਡੇ ਇੱਥੇ ਰਿਸ਼ਤੇ ਨਹੀਂ ਸੀ ਕਰਦੇ। ਔਰ ਇਹ ਮਿੱਥ ਕਿੰਨੀ ਦੇਰ ਰਹੀ ਕਿ ਕਪੂਰਥਲੇ ਵਾਲੇ ਮਾਝੇ 'ਚ ਰਿਸ਼ਤਾ ਨਹੀਂ ਸੀ ਕਰਦੇ। ਉਹ ਕਹਿੰਦੇ ਸੀ ਉਹ ਲੋਕ ਬਹੁਤ ਜਿਹੜੇ ਖਤਰਨਾਕ ਨੇ। ਇਹ ਉਸ ਬਹਾਦਰੀ ਦੇ ਵਿੱਚੋਂ ਨਿਕਲੀ ਹੋਈ ਗੱਲ ਹੈ। ਇਹ ਸਾਡੇ ਡਰਾਬੈਕ ਨਹੀਂ ਹੈਗੀ ਕਿ ਅਸੀਂ ਖਤਰਨਾਕ ਹੈ, ਇਸ ਗੱਲ ਦਾ ਪ੍ਰਮਾਣ ਹੈ ਕਿ ਇੱਥੋਂ ਦੇ ਵਸਨੀਕ ਜਿਹੜੇ ਉਹ ਬਹੁਤ ਬਹਾਦਰ ਨੇ, ਹਰ ਲੜਾਈ ਦਾ ਟਾਕਰਾ ਕਰਦੇ ਰਹੇ। ਔਰ ਖਾਸ ਕਰਕੇ ਜਿਹੜੇ ਹਿੰਦੂ ਕੁਸ਼ ਤੋਂ ਇੱਧਰ ਦਾ ਏਰੀਆ ਹੈਗਾ ਬਿਆਸ ਤੱਕ, ਇੱਥੇ ਤੇ ਬਹੁਤ ਮਾਰਾਂ ਧਾੜਾਂ ਦਾ ਕੇਂਦਰ ਰਿਹਾ। ਜਿਹੜਾ ਵੀ ਹਮਲਾਵਰ ਆਇਆ ਉਹ ਇੱਧਰੋਂ ਆਇਆ, ਔਰ ਬਹੁਤ ਘੱਟ ਜਿਹੜੇ ਅੱਗੇ ਪਹੁੰਚ ਸਕੇ, ਬਾਕੀ ਤਾਂ ਪਿੱਛੇ ਹੀ ਰਹਿ ਗਏ। ਇਸ ਕਰਕੇ ਇਹ ਬਹੁਤ ਹਿਸਟਰੀ ਨਾਲ ਜੁੜਿਆ ਹੋਇਆ ਇਲਾਕਾ ਹੈ। ਦਰਅਸਲ ਅਸੀਂ ਹੁਣ ਇੱਥੇ ਪਹੁੰਚੇ ਹੋਏ ਆ, ਇੱਥੇ ਪਹੁੰਚਣ ਦਾ ਕੀ ਕਾਰਨ ਹੈ, ਇੱਥੇ ਕਿਉਂ ਤੁਸੀਂ ਲੈ ਕੇ ਆਏ ਹੋ, ਕੀ ਖਾਸ ਕੀ ਇੱਥੇ ਇਸ ਪਿੰਡ ਦੇ ਵਿੱਚ? ਮੈਂ ਤੁਹਾਨੂੰ ਇਸ ਕਰਕੇ ਲੈ ਕੇ ਆਇਆ ਕਿ ਜਿਹੜਾ ਤੁਸੀਂ ਆ ਤੂੜੀ ਵਾਲਾ ਅੰਦਰ ਦੇਖ ਰਹੇ ਹੋ ਜਾਂ ਸਾਡੀਆਂ ਗਊਆਂ ਵੱਜੀਆਂ ਹੋਈਆਂ ਉਹ ਦੇਖ ਰਹੇ ਹੋ, ਇਹ ਉਹ ਇਤਿਹਾਸਿਕ ਜਗ੍ਹਾ ਹੈ ਜਿਹਦੇ ਥੱਲੇ ਉਹ ਗ੍ਰੇਟ ਦੀਵਾਰ ਹੈ ਜਿਹੜੀ 14 ਫੁੱਟ ਚੌੜੀ ਹੈ। ਜਦੋਂ ਇਸ ਘਰ ਦੇ ਮਾਲਕ ਸਾਹਿਬ ਕਰਮ ਸਿੰਘ ਹੋਣਾ ਨੇ ਇੱਥੇ ਖੁਦਾਈ ਸ਼ੁਰੂ ਕੀਤੀ ਸੀਗੀ ਸਾਡੀ ਮਦਦ ਦੇ ਨਾਲ, ਤੇ ਅਸੀਂ ਦੇਖ ਕੇ ਹੈਰਾਨ ਹੋ ਗਏ ਕਿ 14 ਫੁੱਟ ਚੌੜੀ ਦੀਵਾਰ ਔਰ 200 ਮੀਟਰ ਲੰਬੀ ਅਸੀਂ ਦੀਵਾਰ ਇੱਥੋਂ ਥੱਲਿਓਂ ਉਹਦੀ ਸ਼ਨਾਖਤ ਕੀਤੀ, ਪੁੱਟੀ। ਔਰ ਇਹ ਜਿਹੜੀਆਂ ਤੁਸੀਂ ਵਿਹੜੇ 'ਚ ਇੱਟਾਂ ਲੱਗੀਆਂ ਦੇਖ ਰਹੇ ਹੋ, ਇਹ ਸਾਰੀਆਂ ਇਸ ਦੀਵਾਰ ਦਾ ਹਿੱਸਾ ਹੈ, ਜਾਂ ਪਿੰਡ ਦੀਆਂ ਦੀਵਾਰਾਂ ਦੇ ਨਾਲ ਬਹੁਤ ਸਾਰੀਆਂ ਇੱਟਾਂ ਇੱਥੋਂ ਲੱਗੀਆਂ ਹੋਈਆਂ ਸੀ। ਗੱਲ ਇਹ ਉਭਾਰਨ ਵਾਲੀ ਹੈ ਕਿ ਇਹ ਉਹ ਦੀਵਾਰ ਹੈ, ਜੇ ਮਨਮੋਹਨ ਬਾਵਾ ਹੋਣਾ ਦਾ ਨਾਵਲ ਲਈਏ ਯੁੱਧਨਾਦ, ਕਿ ਜਿਸ ਦੀਵਾਰ ਦੇ ਉੱਤੇ ਚੜ੍ਹਦਿਆਂ ਸਿਕੰਦਰ ਨੂੰ ਬਰਛੀ ਵੱਜੀ, ਜਾਂ ਜਿਹੜੀ ਦੀਵਾਰ ਨੂੰ ਸਿਕੰਦਰ ਮਹਾਨ ਵੀ ਫਤਿਹ ਨਹੀਂ ਕਰ ਸਕਿਆ, ਉਹ ਇਸ ਜਗ੍ਹਾ ਤੇ ਥੱਲੇ ਦਫਨ ਹੈ। ਔਰ ਇਹ ਪਰਿਵਾਰ ਅੱਜ ਵੀ ਸਾਡੇ ਨਾਲ ਸਹਿਮਤ ਆ ਕਿ ਅਗਰ ਵਿਭਾਗ ਇੱਥੇ ਕੰਮ ਕਰਨਾ ਚਾਹਵੇ
ਤੇ ਇਸ ਘਰ ਵਾਲਿਆਂ ਨੂੰ ਪੈਸੇ ਦੇਣ, ਇਸ ਘਰ ਤੋਂ ਅਸੀਂ ਖੁਦਾਈ ਸ਼ੁਰੂ ਕਰ ਸਕਦੇ ਹਾਂ ਤੇ ਫਿਰ ਇੱਕ ਵੱਡਾ ਜਨਪਦ ਦਾ ਕਿਲਾ, ਜਿਹੜਾ ਕੱਠ ਜਨਪਦ ਦਾ ਕਿਲਾ, ਇਹ ਉਹਦੀ ਖੋਜ ਹੋ ਸਕਦੀ ਹੈ। ਪਰ ਵਿਭਾਗ ਸ਼ੁਰੂਆਤ ਤੇ ਕਰੇ। ਹੁਣ ਇਹ ਸਿਕੰਦਰ ਮਹਾਨ ਦਾ ਮੇਰੇ ਹੱਥ ਦੇ ਉੱਤੇ ਇੱਕ ਸਿੱਕਾ ਹੈ, ਬਹੁਤ ਸਾਰੇ ਸਿੱਕੇ ਨੇ ਮੇਰੇ ਕੋਲ ਸਿਕੰਦਰ ਦੇ, ਜਾਂ ਇੰਡੋ ਗ੍ਰੀਕ ਪੀਰੀਅਡ ਅਸੀਂ ਇਹਨੂੰ ਕਹਿੰਦੇ ਆ, ਉਹਦੇ ਸਿੱਕੇ ਨੇ। ਮੈਂ ਪ੍ਰਤੀਕ ਨੂੰ ਕਹਾਂਗਾ ਕਿ ਇੱਕ ਵਾਰੀ ਸਿੱਕੇ ਦਿਖਾਵੇ। ਲੇਕਿਨ ਇਹ ਪਿੰਡ ਦੀ ਇੰਪੋਰਟੈਂਸ ਇਹ ਹੈ ਕਿ ਇਹਦੇ ਵਿੱਚ ਇੱਕ ਨਾਥਾਂ ਦਾ ਮੰਦਿਰ ਹੈ, ਜਿੱਥੇ ਉਹਦੇ ਵਿੱਚ ਅੱਜ ਵੀ ਇੱਕ ਗੁਫਾਵਾਂ ਬਣਾਉਣਾ ਸਾਡੀ ਮਜਬੂਰੀ ਸੀਗੀ ਕਿ ਬਾਈ ਚਾਂਸ ਅਸੀਂ ਘਿਰ ਜਾਈਏ, ਅਸੀਂ ਕਿਹੜੇ ਰਸਤੇ ਬਾਹਰ ਨਿਕਲਣਾ। ਤਾਂ ਉਹ ਗੁਫਾਵਾਂ ਜਿਹੜੀਆਂ ਅੱਜ ਵੀ ਦੇਖੀਆਂ ਜਾਂ 7 ਗੁਫਾਵਾਂ ਇਸ ਕਿਲੇ ਦੇ ਵਿੱਚ ਨੇ, ਜਿਨ੍ਹਾਂ ਨੂੰ ਦੇਖਣਾ ਬਣਦਾ ਔਰ ਜਿਨ੍ਹਾਂ ਦਾ ਇੱਕ ਵੱਖਰਾ ਇਤਿਹਾਸ ਹੈ। ਹਾਂਜੀ ਪ੍ਰਤੀਕ ਜੀ, ਜਿਹੜੀ ਤੁਸੀਂ ਸਿੱਕੇ ਦਿਖਾ ਰਹੇ ਹੋ, ਇਹ ਕਿਹੜੀ ਕਰੰਸੀ ਹੈ, ਕਿਸ ਤਰੀਕੇ ਦੀ ਕਰੰਸੀ ਹੈ, ਤੇ ਤੁਸੀਂ ਮਤਲਬ ਕਿਸ ਤਰੀਕੇ ਨਾਲ ਸਾਂਭੀ ਹੋਈ ਹੈ? ਇਹ ਜਿਹੜੇ ਹੈਗੇ ਨੇ ਚਾਂਦੀ ਦੇ ਸਿੱਕੇ ਨੇ। ਇਹ ਉਸ ਵੇਲੇ ਆਪਾਂ ਨੂੰ ਡਰੈਕਮ ਭਾਸ਼ਾ ਕਹਿੰਦੇ ਹੁੰਦੇ ਸੀਗੇ, ਡਰੈਕਮ ਡਿਨੋਮੀਨੇਸ਼ਨ ਹੁੰਦੀ ਸੀਗੀ ਉਸ ਵੇਲੇ ਦੇ ਸਿੱਕੇ ਨੇ। ਜਿਹੜੇ ਅਲੈਗਜ਼ੈਂਡਰ ਤੋਂ ਬਾਅਦ ਜਿਹੜੇ ਚਲਾਏ ਗਏ ਨੇ, ਅਪੋਲੋਡੋਟਸ ਵਗੈਰਾ ਦੇ, ਉਹ ਸਾਰੇ ਸਿੱਕੇ ਨੇ। ਜਿਸ ਤਰ੍ਹਾਂ ਕਿ ਇਹ ਸਿੱਕੇ ਜਿਹੜੇ ਸੀਗੇ ਬਾਇਲਿੰਗੁਅਲ ਟਾਈਪ ਦੇ ਸਿੱਕੇ ਸੀਗੇ। ਇੱਕ ਪਾਸੇ ਗ੍ਰੀਕ ਭਾਸ਼ਾ ਲਿਖੀ ਜਾਂਦੀ ਸੀਗੀ, ਇੱਕ ਪਾਸੇ ਖਰੋਸ਼ਟੀ ਭਾਸ਼ਾ ਲਿਖੀ ਜਾਂਦੀ ਸੀਗੀ। ਹਾਂ, ਤੇ ਇੱਥੇ ਜਦੋਂ ਇਹ ਸਿੱਕੇ ਜਾਰੀ ਕੀਤੇ ਨੇ, ਉਹ ਦੀਵਾਰ ਦੇ ਜਿਹੜੇ ਪਿਛਲੇ ਪਾਸੇ ਉਹ ਰਹਿੰਦੇ ਸੀ ਸ਼ਾਸਕ, ਜਾਂ ਇਸ ਤੋਂ ਕਿੱਥੇ ਰਹਿੰਦੇ ਸੀ ਉਹ ਬੰਦੇ? ਦੀਵਾਰ ਤੋਂ ਸ਼ਾਸਕ ਮੈਂ ਸਮਝਿਆ ਨਹੀਂ। ਜਦੋਂ ਇੱਥੇ ਦੀਵਾਰ ਦੇ ਉੱਤੇ ਪਹੁੰਚੇ ਸੀ, ਇਸ ਕਿਲੇ ਨੂੰ ਫਤਿਹ ਕਰਨ ਦੇ ਲਈ ਆਏ ਸੀ, ਕਿਲਾ ਫਤਿਹ ਨਹੀਂ ਕਰ ਸਕੇ। ਗਏ ਨਹੀਂ ਨਾ ਇੱਥੋਂ। ਉਸ ਤੋਂ ਬਾਅਦ ਉਹਨਾਂ ਦੇ ਆਪਣਾ ਇਸ ਸ਼ਾਸਨ ਸ਼ੁਰੂ ਹੋ ਗਿਆ। ਉਹਨਾਂ ਦਾ ਆਪਣਾ ਸ਼ਾਸਨ, ਉਹ ਇੱਥੋਂ ਵਾਪਸ ਚਲੇ ਗਏ ਨਾ, ਇੱਥੋਂ ਵਾਪਸ ਚਲੇ ਗਏ, ਲੇਕਿਨ ਆਪਣੇ ਸੈਨਾਪਤੀ ਇੱਥੇ ਛੱਡ ਗਏ, ਜਿਨ੍ਹਾਂ ਨੇ ਇਸ ਪੂਰੇ ਰੀਜਨ ਦੇ ਵਿੱਚ ਇੱਕ ਲੰਬਾ ਅਰਸਾ ਰਾਜ ਕੀਤਾ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬੇਹੱਦ ਸ਼ੁਕਰੀਆ ਜੀ, ਔਰ ਅਜੀਤ ਵੈਬ ਟੀਵੀ ਦਾ ਬਹੁਤ ਬਹੁਤ ਧੰਨਵਾਦ। ਤੇ ਮੈਂ ਚਾਹਾਂਗਾ ਤੇ ਇਹ ਕਿ ਜੇਕਰ ਭਾਜੀ ਦਵਿੰਦਰ ਇੱਥੇ ਮਿਲ ਜਾਂਦੇ ਜਾਂ ਉਹਨਾਂ ਦਾ ਪਰਿਵਾਰ ਮਿਲ ਜਾਂਦਾ ਤੇ ਉਹਨਾਂ ਦੀ ਵੀ ਇੱਕ ਕਲਿੱਪ ਜ਼ਰੂਰ ਲੈਂਦੇ। ਹਾਂਜੀ, ਸੋ ਇਹ ਸਨ ਦੇਵਦਰਦੀ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਹੈ ਕਿ ਹੁਣ ਅਸੀਂ ਉਸ ਪਰਿਵਾਰ ਦੇ ਮੈਂਬਰ ਦਵਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ, ਜਿਨ੍ਹਾਂ ਦੇ ਫਾਦਰ ਕਰਮ ਸਿੰਘ ਕਾਫੀ ਇੰਟਰਸਟਿਡ ਸਨ ਕਿ ਅੱਜ ਵੀ ਉਹਨਾਂ ਦਾ ਪਰਿਵਾਰ ਕਹਿੰਦਾ ਕਿ ਜੇਕਰ ਵਿਭਾਗ ਚਾਹਵੇ ਜਾਂ ਜਿਹੜੇ ਪ੍ਰੇਮੀ ਨੇ ਉਹ ਚਾਹਣ ਤਾਂ ਇਸ ਕਿਲੇ ਨੂੰ ਦੁਬਾਰਾ ਜਿਹੜਾ ਹੈ ਉਹ ਖੋਦ ਕਰਕੇ ਉਸ ਦੀ ਜਿਹੜੀ ਹੈ ਸੁਰੱਖਿਅਤ ਉਹਨੂੰ ਜਿਹੜਾ ਰੱਖਿਆ ਜਾ ਸਕਦਾ ਹੈ। ਤਾਂ ਅਸੀਂ ਹੁਣ ਦਵਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ। ਨਾਮ ਮੇਰਾ ਦਵਿੰਦਰ ਸਿੰਘ ਜੀ। ਦਵਿੰਦਰ ਜੀ, ਜਿਹੜੀਆਂ ਤੁਹਾਡੇ ਘਰ ਦੇ ਵਿੱਚੋਂ ਕੰਧਾਂ ਨਿਕਲ ਗਈਆਂ ਸੀ, ਉਹ ਫਿਰ ਕਿਸ ਤਰੀਕੇ ਨਾਲ ਤੁਸੀਂ ਵਰਤੋਂ ਕੀਤੀਆਂ ਲੱਗੀਆਂ ਜਾਂ ਅਜੇ ਵੀ ਹੈਗੀਆਂ ਨੇ? ਉਹ ਕੁਝ ਟੁੱਟ ਗਈਆਂ, ਕੁਝ ਤੁਸੀਂ ਆ ਵੇਖ ਲੀਆਂ ਵੀ ਆ ਲੱਗੀਆਂ ਵੀ ਆ, ਕੋਈ ਥੋੜੀਆਂ ਬਾਲੀਆਂ ਰਹਿ ਗਈਆਂ, ਕੋਈ ਟੁੱਟ ਭੱਜ ਗਈਆਂ, ਬਜਰੀ ਬਣ ਗਈ ਥੱਲੇ, ਇਦਾਂ ਪੈ ਪੂ ਗਈਆਂ। ਹਾਂਜੀ, ਜਿਹੜੀਆਂ ਥੋੜੀਆਂ ਬਾਲੀਆਂ ਹੈਗੀਆਂ ਉਹ ਲੱਗੀਆਂ, ਕੁਝ ਇੱਧਰ ਵੇਲੀ 'ਚ ਲੱਗੀਆਂ, ਕੁਝ ਉਹ ਘਰ ਲੱਗੀਆਂ ਸੀ, ਤੇ ਬਾਕੀ ਦੀ ਜ਼ਿਆਦੀਆਂ ਟੁੱਟ ਭੱਜ ਗਈਆਂ ਸੀ। ਤੁਹਾਡੇ ਫਾਦਰ ਸਾਹਿਬ, ਉਹਨਾਂ ਦਾ ਕੀ ਨਾਮ ਸੀ? ਉਹ ਵੀ ਕਾਫੀ ਇੰਟਰਸਟਿਡ ਸੀ। ਹਾਂਜੀ, ਉਹਨਾਂ ਦਾ ਨਾਮ ਸਰਦਾਰ ਕਰਮ ਸਿੰਘ ਜੀ। ਹਾਂਜੀ, ਉਹਨਾਂ ਨੇ ਕਾਫੀ ਸਹਿਯੋਗ ਵੀ ਕੀਤਾ ਸੀ ਪ੍ਰਸ਼ਾਸਨ ਦਾ ਕਿ ਹਾਂਜੀ, ਕਿਹਾ ਸੀ ਵੀ ਉਹ ਆਂਦੇ ਵੀ ਅਸੀਂ ਖਤਾਈ ਕਰਨੀ ਚਾਹੀਏ, ਤੇ ਅਸੀਂ ਕਰ ਸਕਦੇ ਹੁੰਦਾ ਕਰ ਲਓ, ਅਸੀਂ ਖਤਾਈ ਕਰਨੀ ਚਾਹੁੰਦੇ ਚਲੋ ਵੀ ਅਸੀਂ ਸਾਨੂੰ ਕੋਈ ਬਾਹਰ ਥਾਂ ਦੇ ਬਾਹਰ ਮਕਾਨ ਪਾ ਲੈਂਦੇ ਹਾਂ, ਤੇ ਬਾਅਦ 'ਚ ਕੀਤੀ ਨਹੀਂ ਆਹ ਮਕਾਨ, ਫਿਰ ਅਸੀਂ ਬਾਅਦ 'ਚ ਸਾਰਿਆਂ ਪਾਏ ਆ, ਤੇ ਉਦੋਂ ਬਾਅਦ ਨਹੀਂ ਮੁੜ ਕੇ ਖਤਾਈ ਕੀਤੀ। ਉਦੋਂ ਆਂਦੇ ਸੀ ਵੀ ਕਰਨੀ ਆ, ਮੁੜ ਕੇ ਕੀਤੀ ਨਹੀਂ ਕਿਸੇ ਨੇ। ਹੁਣ ਵੀ ਇਹ ਕੰਧਾਂ ਜਿਹੜੀਆਂ ਤੁਹਾਡੇ ਘਰਾਂ ਦੇ ਵਿੱਚ ਥੱਲੇ ਹੀ ਨੇ? ਹਾਂ, ਉਹ ਵੀ ਥੱਲੇ ਹੀ ਹੈ ਜੀ, ਜੋ ਕੁਝ ਹੈਗਾ ਥੱਲੇ ਹੀ ਹੈਗੇ। ਦੀਵਾਰ ਨਿਕਲੀ ਸੀ ਬਹੁਤ ਚੌੜੀ। ਹਾਂਜੀ ਸਾ ਕਰਮ ਸਿੰਘ ਹੋਣਾ ਨੇ ਦੀਵਾਰ ਇੱਥੋਂ ਕੱਢੀ ਸੀਗੀ, ਜਿਹਦੀਆਂ ਇੱਟਾਂ ਨੀਚੇ ਵੀ ਲੱਗੀਆਂ ਹੋਈਆਂ ਨੇ। ਹਾਂਜੀ ਤੇ ਤੁਹਾਡੇ ਹੁੰਦਿਆਂ ਉਹ ਦੀਵਾਰ ਨਿਕਲੀ ਸੀ? ਹਾਂਜੀ, ਮੈਂ ਕਰਮ ਸਿੰਘ ਦੇ ਘਰ ਵਾਲੀ ਹਾਂ। ਹਾਂਜੀ ਹਾਂਜੀ ਹਾਂਜੀ, ਸਾਡੇ ਹੁੰਦਿਆਂ ਹੀ ਨਿਕਲੀਆਂ ਸੀ। ਹਾਂ, ਪਹਿਲੋਂ ਮੁੰਡੇ ਲੱਗੇ ਪੱਧਰਾ ਥਾਂ ਕਰਨ, ਉਧਰ ਮਕਾਨ ਸੀ ਤੇ ਉਧਰੋਂ ਮੁੜ ਕੇ ਇੱਧਰ ਪਾਉਣੇ ਸੀ। ਹਾਂ, ਇੱਧਰ ਪੱਧਰਾ ਥਾਂ ਕਰਨ ਲੱਗੇ, ਪਹਿਲੋਂ ਇੱਕ ਵਾਰ ਨਿਕਲਿਆ, ਮੁੜ ਕੇ ਇਦਾਂ ਨਿਕਲਦੀਆਂ ਫਿਰ 12 ਫੁੱਟ ਚੌੜਾ ਤੇ 12 ਫੁੱਟ ਹੀ ਘੇਰੇ ਦਾ 12 ਫੁੱਟ ਹੋ ਗਿਆ। ਹਾਂ, ਹਾਂ, ਫਿਰ ਕੱਢੀ ਗਏ, ਬੜੇ ਦਿਨ ਕੱਢੀ। ਫਿਰ ਇਸ ਤਰ੍ਹਾਂ ਲੋਕ ਆਖੀ ਜਾਣ, ਕੋਈ ਆਖੇ ਪੜ ਮਿਲ ਜਾਂਦਾ ਵਾ, ਬਹਿ ਜਾਂਦੀਆਂ ਵਾ, ਫਿਰ ਅਸੀਂ ਬੰਦ ਕਰਤਾ ਤੇ ਸਭ ਮੇਰੇ ਹੁੰਦੇ ਹੀ ਨਿਕਲਿਆ ਮੈਨੂੰ ਵੀ ਸਭ। ਯਾਦ ਹੈ ਕਿ 80 ਇੱਟਾਂ ਅਸੀਂ ਥੱਲੇ ਗਏ ਸੀਗੇ। ਹਾਂਜੀ 80 ਇੱਟਾਂ ਥੱਲੇ ਪੁੱਟੀਆਂ ਸੀ, ਲੇਕਿਨ ਅਜੇ ਵੀ ਬਹੁਤ ਵੱਡੀ ਦੀਵਾਰ ਜਿਹੜੀ ਉਹ ਨਿਕਲਦੀ ਆ ਰਹੀ ਸੀਗੀ। ਹਾਂਜੀ। ਫਿਰ ਬੰਦ ਕਰ ਦਿੱਤੀ, ਪੂਰ ਦਿੱਤਾ ਸੀ ਉਹ ਸਾਰਾ ਹੀ ਕਿ ਹਾਂਜੀ, ਇਹਨੂੰ ਪੂਰ ਅਸੀਂ ਵੀ ਦੇਈਏ। ਏਦਾਂ 20-22 ਫੁੱਟ ਤੋਂ ਬਾਅਦ ਚਲੇ ਗਿਆ ਇਹ, ਹਾਂਜੀ, ਫਿਰ ਅਸੀਂ ਬੰਦ ਕਰਤਾ। ਬੰਦ ਕਰ। ਹਾਂਜੀ, ਹਾਂਜੀ, ਤੇ ਨਿਕਲੀ ਆਉਂਦੀਆਂ ਸੀ ਕਿ ਥੱਲੇ ਨਿਕਲੀ ਆਉਂਦੀਆਂ, ਫਿਰ ਅਸੀਂ ਬਹੁਤ ਰੇਟ ਨਿਕਲਦੀ, ਫਿਰ ਅਸੀਂ ਬੰਦ ਕਰਤਾ। ਤੇ ਮੈਂ ਕੋਲ ਹੀ ਸਾਂ, ਮੈਂ ਉਦੋਂ ਅੱਧਰ ਰਹਿੰਦੇ ਹਾਂ, ਤੇ ਇਹ ਵੇਲੀ ਸੀ, ਠੀਕ ਹੈ ਜੀ। ਤੇ ਮੈਂ ਕਰਮ ਸਿੰਘ ਦੀ ਵੈਸੇ ਹਾਂ। ਸਾਡੇ ਨਾਲ ਨੇ ਇਸ ਵੇਲੇ ਪਿੰਡ ਦੇ ਵਸਨੀਕ ਸਰਦਾਰ ਅੰਗਰੇਜ਼ ਸਿੰਘ ਜੀ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅੰਗਰੇਜ਼ ਸਿੰਘ ਜੀ, ਹੁਣ ਪਿੰਡ ਦਾ ਕੀ ਮੂੰਹ ਮੁਹਾਂਦਰਾ ਹੈ? ਇਹ ਜੀ ਹੁਣ ਦੇ ਪਿੰਡ ਦਾ ਮੂੰਹ ਮੰਦਰਾ ਸਾਰਾ ਬਦਲ ਗਿਆ ਹੈ ਕਿ ਸਾਡੇ ਪਿੰਡਾਂ ਸਾਨੂੰ ਹੁਣ ਵੱਡੇ ਵਡੇਰਿਆਂ ਆਪਾਂ ਨੂੰ ਪਤਾ ਚੱਲਦਾ ਕਿ ਬੜਾ ਇੱਥੇ ਪੁਰਾਣਾ ਸਾਡੇ ਪਿੰਡਾਂ ਵੱਡਾ ਇਤਿਹਾਸ ਜੁੜਿਆ ਹੈ, ਜਿਹਦੀ ਖੋਜ ਨਹੀਂ ਹੋ ਸਕੀ, ਅਧੂਰੀ ਰਹਿ ਗਈ ਆ।
ਕਿਉਂਕਿ ਲੋਕਾਂ ਸਗੋਂ ਬਾਹਰੋਂ ਸਾਨੂੰ ਪਤਾ ਲੱਗਦਾ ਕਿ ਸਾਡੇ ਪਿੰਡ ਦਾ ਇਤਿਹਾਸ ਸਿਕੰਦਰ ਜਿਹੜਾ ਹੈਗਾ ਸੀ ਰਾਜਾ ਉਹਦੇ ਨਾਲ ਜੁੜਿਆ ਸੀ ਤੇ ਸਾਡੇ ਇਹਦੇ ਖੋਜ ਹੋਣੀ ਚਾਹੀਦੀ ਜਿਹੜੀ ਸਰਕਾਰ ਨੇ ਕਰਵਾਈ ਨਹੀਂ ਆ ਤੇ ਇਹਦੀ ਖੋਜ ਹੋਏ ਤੇ ਸਗੋਂ ਬੜੇ ਵੱਡੇ ਪੱਧਰ ਤੇ ਇਹਦੀ ਜਿਹੜੀ ਆ ਜਾਣਕਾਰੀ ਮਿਲ ਸਕਦੀ ਆ ਤੇ ਆਉਣ ਵਾਲੀ ਜਿਹੜੀ ਪੀੜ੍ਹੀ ਉਹ ਜਾਣੂ ਹੋ ਸਕਦੀ ਆ ਕਿ ਇਹ ਪਿੰਡ ਦਾ ਇਤਿਹਾਸ ਕੀ ਆ। ਥੈਂਕ ਯੂ। ਸੋ ਇਹ ਸਨ ਅੰਗਰੇਜ਼ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਹੈ ਕਿ ਪਿੰਡ ਬੰਡਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਕੁੱਗ ਵਸਦਾ ਪਿੰਡ ਹੈ ਤਾਂ ਉਸ ਪਿੰਡ ਦੇ ਵਿੱਚ ਬਹੁਤ ਵੱਡਾ ਇਤਿਹਾਸ ਜਿਹੜਾ ਦਫਨ ਹੋਇਆ ਹੈ ਜਿਸ ਨੂੰ ਉਜਾਗਰ ਕਰਨ ਦੀ ਲੋੜ ਹੈ, ਕਿਉਂਕਿ ਸਿਕੰਦਰ ਜਿਸ ਦਾ ਦਾਅਵਾ ਕੀਤਾ ਜਾਂਦਾ ਹੈ ਕਿ ਘਰੋਂ ਉਹ ਪੂਰੀ ਦੁਨੀਆ ਨੂੰ ਫਤਿਹ ਕਰਨ ਦੇ ਲਈ ਨਿਕਲਿਆ ਹੋਇਆ ਸੀ, ਪਰ ਇਸ ਇਲਾਕੇ ਦੇ ਵਿੱਚ ਆ ਕੇ ਜਦੋਂ ਉਸ ਦਾ ਵਾਹ ਇੱਥੋਂ ਦੇ ਵਸਨੀਕਾਂ ਦੇ ਨਾਲ ਪਿਆ, ਇੱਥੋਂ ਦੇ ਲੋਕਾਂ ਦੇ ਨਾਲ ਪਿਆ ਤਾਂ ਉਸ ਨੂੰ ਵਾਪਸ ਜਿਹੜਾ ਭੌਂਦੇ ਪੈਰੀ ਮੁੜਨਾ ਪਿਆ। ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਕਰਦੇ ਨੇ ਇੱਥੋਂ ਦੇ ਲੋਕ ਕਿ ਇਸ ਇਤਿਹਾਸ ਨੂੰ ਸੁਰਜੀਤ ਕਰਨ ਦੇ ਲਈ ਉਪਰਾਲੇ ਜਿਹੜੇ ਨੇ ਉਹ ਕੀਤੇ ਜਾਣੇ ਚਾਹੀਦੇ ਨੇ ਤਾਂ ਜੋ ਐਡਾ ਵੱਡਾ ਇਤਿਹਾਸ ਜੋ ਬੁੱਕਲ ਦੇ ਵਿੱਚ ਇਸ ਵੇਲੇ ਸਮੋਇਆ ਹੋਇਆ ਹੈ ਉਸ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਸਕੇ ਤੇ ਲੋਕ ਵੀ ਮਾਣ ਮਹਿਸੂਸ ਕਰ ਸਕਣ ਕਿ ਇਸ ਇਲਾਕੇ ਦੇ ਉਸ ਸਿਕੰਦਰ ਨੂੰ ਭੌਂਦੇ ਪੈਰੀ ਵਾਪਸ ਭੇਜਿਆ ਸੀ ਜਿਸ ਨੇ ਇੱਕ ਤਹਈਆ ਕੀਤਾ ਸੀ ਕਿ ਪੂਰੀ ਦੁਨੀਆ ਨੂੰ ਜਿੱਤਿਆ ਜਾ ਸਕੇ। ਰੁਪਿੰਦਰਪਾਲ ਡਿੰਪਲ ਦੇ ਨਾਲ ਸੁਰਿੰਦਰਪਾਲ ਸਿੰਘ ਵਰਪਾਲ, ਅੰਮ੍ਰਿਤਸਰ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।